ਮੈਂ ਨਰਿੰਦਰ ਸਿੰਘ ਬਰਾੜ ਅੱਜ ਹਾਜ਼ਰ ਹਾਂ 10ਵੀਂ ਕਲਾਸ ਦਾ ਪਹਿਲਾ ਪਾਠ ਲੈ ਕੇ, ਜਿਸ ਦਾ ਨਾਮ ਹੈ ਆਫਿਸ ਟੂਲਸ। ਇਹਦੇ ਵਿੱਚ ਜੋ ਆਪਾਂ ਟੌਪਿਕ ਕਵਰ ਕਰਨੇ ਹੈ ਉਹ ਹਨ ਆਫਿਸ ਟੂਲਸ ਨਾਲ ਜਾਣ ਪਹਿਚਾਣ, MS ਵਰਡ ਦਾ ਇਸਤੇਮਾਲ ਕਰਨਾ, MS ਐਕਸਲ, ਸਪਰੈਡਸ਼ੀਟ ਨਾਲ ਮੇਲ ਮਰਜ ਦਾ ਇਸਤੇਮਾਲ ਕਰਨਾ, पेज लेआउट, डाकूमेंट नूं अंतिम रूप देना, प्रिंट प्रीव्यू, प्रिंट कमांड, MS पावर पॉइंट, प्रजेंटेशन नूं सेव करना। हुण सब तो पहला आपां पाठ शुरू करांगे, इसलिए सब तो पहला आपां नूं पता होना चाहिए है सॉफ्टवेयर की हुंदा है। ਵੱਖ-ਵੱਖ प्रोग्रामां दे समूह नूं सॉफ्टवेयर कहंदे हन। ਇਹ दो तरह के हुंदे हन, सिस्टम सॉफ्टवेयर ਅਤੇ ਐਪਲੀਕੇਸ਼ਨ ਸੌਫਟਵੇਅਰ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਹੁਣ ਸਿਸਟਮ ਸੌਫਟਵੇਅਰ। ਸਿਸਟਮ ਸੌਫਟਵੇਅਰ ਉਹ ਸੌਫਟਵੇਅਰ ਹੁੰਦੇ ਹਨ ਜੋ ਕੰਪਿਊਟਰ ਸਿਸਟਮ ਨੂੰ ਕੰਟਰੋਲ ਕਰਦੇ ਹਨ, ਜਿਵੇਂ ਵਿੰਡੋਜ਼, ਲਾਈਨੈਕਸ ਆਦਿ। ਐਪਲੀਕੇਸ਼ਨ ਸੌਫਟਵੇਅਰ ਇਹ ਉਹ ਸੌਫਟਵੇਅਰ ਹੁੰਦੇ ਹਨ ਜੋ ਸਾਡੇ ਲਈ ਖਾਸ ਕੰਮ ਕਰਦੇ ਹਨ, ਜਿਵੇਂ MS ਆਫਿਸ। ਅਗਲਾ ਟੌਪਿਕ ਕਰਦੇ ਹਾਂ ਆਫਿਸ ਟੂਲਸ ਨਾਲ ਜਾਣ ਪਹਿਚਾਣ। ਆਫਿਸ ਟੂਲਸ ਉਹ ਸੌਫਟਵੇਅਰ ਪ੍ਰੋਗਰਾਮ ਹਨ ਜੋ ਯੂਜ਼ਰ ਨੂੰ ਆਪਣੇ ਕੰਮ ਵਾਲੀ ਥਾਂ 'ਤੇ ਵਧੇਰੇ ਕੁਸ਼ਲ ਅਤੇ ਲਾਭਕਾਰੀ ਬਣਾਉਂਦੇ ਹਨ ਅਤੇ ਆਫਿਸ ਪ੍ਰੋਡਕਟੀਵਿਟੀ ਟੂਲਸ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਆਫਿਸ ਪ੍ਰੋਡਕਟੀਵਿਟੀ ਟੂਲਸ, ਆਫਿਸ ਪ੍ਰੋਡਕਟੀਵਿਟੀ ਟੂਲਸ ਇਹ ਐਪਲੀਕੇਸ਼ਨ ਪ੍ਰੋਗਰਾਮਾਂ ਦੀ ਉਹ ਸ਼੍ਰੇਣੀ ਹੈ ਜੋ ਵਰਡ ਪ੍ਰੋਸੈਸਿੰਗ ਤੋਂ ਲੈ ਕੇ ਸਪਰੈਡਸ਼ੀਟ, ਪ੍ਰੈਜੈਂਟੇਸ਼ਨ ਅਤੇ ਡਾਟਾਬੇਸ ਤੱਕ ਬਣਾ ਸਕਦੀ ਹੈ, ਜਿਵੇਂ ਵਰਡ, ਐਕਸਲ, ਪਾਵਰ ਪੁਆਇੰਟ ਅਤੇ ਐਕਸੈਸ ਆਦਿ। ਆਫਿਸ ਟੂਲਸ ਦੀਆਂ ਅੱਗੇ ਲਿਖੀਆਂ ਕਿਸਮਾਂ ਹਨ। ਸਭ ਤੋਂ ਪਹਿਲੇ ਨੰਬਰ 'ਤੇ ਵਰਡ ਪ੍ਰੋਸੈਸਿੰਗ। ਇਸ ਦਾ ਮੁੱਖ ਉਦੇਸ਼ ਡਾਕੂਮੈਂਟ ਨੂੰ ਤਿਆਰ ਕਰਨਾ ਹੈ, ਜਿਵੇਂ ਕਿ MS ਵਰਡ। ਨੰਬਰ 2 'ਤੇ ਡਾਟਾਬੇਸ ਸੌਫਟਵੇਅਰ ਟੂਲਸ। ਇਸ ਟੂਲ ਦਾ ਉਦੇਸ਼ ਡਾਟੇ ਨੂੰ ਸੰਗਠਿਤ ਕਰਨਾ ਹੈ। ਅਸੀਂ ਇਸ ਸਟੋਰਡ ਡਾਟੇ ਨੂੰ ਪ੍ਰਦਰਸ਼ਿਤ ਕਰਨ ਦੇ ਤਰੀਕੇ ਨੂੰ ਬਦਲ ਸਕਦੇ ਹਾਂ, ਜਿਵੇਂ ਐਕਸੈਸ। ਨੰਬਰ 3 ਸਪਰੈਡਸ਼ੀਟ ਟੂਲ। ਇਸ ਟੂਲ ਦਾ ਉਦੇਸ਼ ਨੰਬਰਾਂ ਨੂੰ ਤਰਤੀਬਵਾਰ ਕਰਨਾ ਹੈ ਅਤੇ ਉਹਨਾਂ 'ਤੇ ਸਧਾਰਨ ਅਤੇ ਗੁੰਝਲਦਾਰ ਗਣਨਾਵਾਂ ਕਰਨਾ ਹੈ, ਜਿਵੇਂ ਐਕਸਲ। ਨੰਬਰ 4 'ਤੇ ਪ੍ਰੈਜੈਂਟੇਸ਼ਨ ਟੂਲ। ਇਸ ਟੂਲ ਦਾ ਉਦੇਸ਼ ਟੈਕਸਟ ਨੂੰ ਗ੍ਰਾਫਿਕਸ ਰਾਹੀਂ ਜਾਣਕਾਰੀ ਅਤੇ ਸਲਾਈਡਾਂ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਹੈ, ਜਿਵੇਂ ਪਾਵਰ ਪੁਆਇੰਟ। ਨੰਬਰ 5 ਮਲਟੀਮੀਡੀਆ ਟੂਲਸ। ਇਹ ਟੂਲ ਯੂਜ਼ਰ ਨੂੰ ਆਡੀਓ ਅਤੇ ਵੀਡੀਓ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਵੱਖਰੇ ਵੱਖਰੇ ਰੂਪ ਹਨ, ਆਡੀਓ ਕਨਵਰਟਰ ਅਤੇ ਪਲੇਅਰ ਅਤੇ ਵੀਡੀਓ ਇਨਕੋਡਰ ਅਤੇ ਡੀਕੋਡਰ, ਜਿਵੇਂ ਰੀਅਲ ਪਲੇਅਰ, ਮਲਟੀਮੀਡੀਆ ਪਲੇਅਰ ਅਤੇ ਹੋਰ ਪਲੇਅਰ। ਸਭ ਤੋਂ ਪਹਿਲਾਂ ਹੁਣ MS ਵਰਡ ਦਾ ਇਸਤੇਮਾਲ। MS ਵਰਡ ਮਾਈਕਰੋਸਾਫਟ ਕੰਪਨੀ ਦਾ ਇੱਕ ਵਰਡ ਪ੍ਰੋਸੈਸਿੰਗ ਟੂਲ ਹੈ। ਇਸ ਵਿੱਚ ਅਸੀਂ ਡਾਕੂਮੈਂਟ ਬਣਾਉਣਾ, ਐਡਿਟ ਕਰਨਾ, ਫਾਰਮੈਟ ਕਰਨਾ, ਟੇਬਲ ਅਤੇ ਤਸਵੀਰ ਇਨਸਰਟ ਕਰਨਾ, ਮੇਲ ਮਰਜ, ਸਪੈਲਿੰਗ ਚੈੱਕ, ਥੀਜ਼ੌਰਸ ਆਦਿ ਫੀਚਰ ਵਰਤ ਸਕਦੇ ਹਾਂ। ਇਸ ਦੀ ਫਾਈਲ ਦੀ ਐਕਸਟੈਂਸ਼ਨ .docx ਹੁੰਦੀ ਹੈ। MS ਵਰਡ ਵਿੱਚ ਟੈਂਪਲੇਟ। MS ਵਰਡ ਵਿੱਚ ਪਹਿਲਾਂ ਤੋਂ ਪਰਿਭਾਸ਼ਿਤ ਟੈਂਪਲੇਟ, ਜਿਸ ਵਿੱਚ ਰਿਜ਼ਿਊਮ, ਏਜੰਡਾ, ਬਿਜ਼ਨਸ ਕਾਰਡ ਅਤੇ ਫਲੈਕਸ ਆਦਿ ਵਰਤਣ ਦੀ ਆਗਿਆ ਦਿੰਦਾ ਹੈ। ਹੁਣ ਆਪਾਂ MS ਵਰਡ ਵਿੱਚ ਟੈਂਪਲੇਟ ਦੀ ਮਦਦ ਨਾਲ ਰਿਜ਼ਿਊਮ ਬਣਾਵਾਂਗੇ। ਇਸ ਲਈ ਆਪਾਂ MS ਵਰਡ ਨੂੰ ਸ਼ੁਰੂ ਕਰਦੇ ਹਾਂ। ਜੋ ਖੁੱਲ੍ਹਿਆ ਹੋਇਆ ਮੇਰੇ ਕੋਲ ਫਾਈਲ, ਦੇਖੋ ਇਹ ਫਾਈਲ ਮੇਰੇ ਕੋਲ MS ਵਰਡ ਦੀ ਖੁੱਲ੍ਹੀ ਹੈ। ਆਪਾਂ ਨਵਾਂ ਰਿਜ਼ਿਊਮ ਬਣਾਉਣਾ ਹੈ। ਫਾਈਲ ਵਿੱਚ ਜਾ ਕੇ ਨਿਊ, ਅਤੇ ਆਪਣੇ ਕੋਲ ਦੇਖੋ ਇਹ ਟੈਂਪਲੇਟ ਦੀਆਂ ਕੈਟਾਗਰੀਜ਼ ਆ ਗਈਆਂ। ਇਸ ਵਿੱਚੋਂ ਆਪਾਂ ਰਿਜ਼ਿਊਮ ਐਂਡ ਕਵਰ ਲੈਟਰ ਉੱਪਰ ਕਲਿੱਕ ਕਰਾਂਗੇ ਤਾਂ ਆਪਣੇ ਕੋਲ ਰਿਜ਼ਿਊਮ ਸਾਰੇ ਖੁੱਲ੍ਹ ਜਾਣਗੇ। ਆਪਾਂ ਬੇਸਿਕ
मॉडर्न रिज्यूम है जिहड़ा वो इस विचों सिलैक्ट करके कोई भी टैंपलेट तुसीं सिलैक्ट कर सकते हो। आप इस पर क्रिएट क्लिक करांगे। देखो जी यह अपने को रिज्यूम का फॉर्मेट आ चुका है अपने सामने। इसनूं आपां बदलना है, इत्थे अपना नेम लिखांगे, ठीक है, सरनेम, ठीक है जी। इस तरह आप सारी डिटेल अपनी कॉन्टैक्ट डिटेल ऑब्जैक्टिव्स अपने भर सकते हैं, एक्सपीरियंस, एजुकेशन, की स्किल्स, कम्यूनीकेशन, लीडरशिप, रैफरेंस आदि आप सारिया चीज़ां ऐड करके अपना कंप्लीट रिज्यूम बना सकते हैं। ये सी MS वर्ड विच टैंपलेट की मदद नाल रिज्यूम बनाना। मैं इसनूं बंद कर रहा, डू नॉट सेव, यह फाइल नूं मैं मिनीमाइज करदा। इस तो अगे MS एक्सल। MS एक्सल माइक्रोसॉफ्ट कंपनी का स्प्रैडशीट टूल है। इस विच असीं वर्कशीट ते टेबल, रिजल्ट, वित्ती स्टेटमेंट आदि दीआं गणितक गणनावां कर सकते हैं। इस दी फाइल की एक्सटेंशन XLSX होंदी है। हुण आपां एक्सल विच टैंपलेट की मदद नाल इनवॉइस तैयार करना। हुण माइक्रोसॉफ्ट एक्सल आपां खोलांगे, स्टार्ट एक्सल, आपां इनवॉइस तैयार करनी है। आप इस विचों सर्च कर सकते हैं ਜਾਂ अपने को सेल्स इनवॉइस जिवें टैंपलेट अपने सामने आ रहा है, इसनूं आपां सिलैक्ट करांगे। देखो जी क्रिएट, यह अपने को सेल्स इनवॉइस जो अपने सामने आ गया। इस विच आपां पूरी डिटेल भर के अपना इनवॉइस जां आपां कह सकते हैं बिल अपने सामने तैयार हो जाता है। ये सी MS एक्सल विच टैंपलेट की मदद नाल इनवॉइस तैयार करना। इस तो अगे स्प्रैडशीट नाल मेल मर्ज का उपयोग करना। असीं मेल मर्ज विच एक्सल की शीट की वरतों कर सकते हैं। हुण असीं एक्सल अते MS वर्ड की वरतों करके स्कूल के विद्यार्थियों की सालाना रिपोर्ट तैयार करांगे, जिस विच कि आपां मेल मर्ज की वरतों करांगे। मैं एक छोटी जी शीट पहला बनाई हुई है, जिस विच कि एक नंबर कार्ड का डिज़ाइन है जिहड़ा वो कीता होया। देखो रोल नंबर, नेम, फादर नेम, ये सबजैक्ट लिस्ट है जिस विच सारिਆਂ ਦੇ नंबर आपां ऑबटेन्ड मार्क्स अपनी एक्सल शीट विचों चक के भरांगे। ते टोटल मार्क्स, कंप्यूटर ग्रेड, फिजिकल ग्रेड ते परसेंटेज ऑफ मार्क्स टोटल कढ़ांगे। ये एक पूरा नंबर कार्ड है किसी क्लास का, तुसीं अपनी किसी भी क्लास लई बना सकते हो। हुण आपां शुरू करते हैं मेल मर्ज। मेलिंग विच जावांगे, स्टार्ट मेल मर्ज, स्टैप बाय स्टैप मेल मर्ज विजार्ड। देखो जी पहला स्टैप लैटर्स, नैक्सट, उस तो अगे यूज करंट डॉक्यूमेंट, नैक्सट। इस विच आपां यूज एन एग्जिस्टिंग लिस्ट इस उपर क्लिक करांगे। पहला आपां टाइप ए न्यू लिस्ट की है जो तुहानूं सिखाई 8वीं क्लास में। हुण आपां यूज एन एग्जिस्टिंग लिस्ट करके ब्राउज करांगे। आपां नूं अपनी फाइल पता होना चाहिए है कित्थे पई है। मेरी फाइल ओके जी, आपां शीट नंबर 2 विच मेरी डिटेल है वो दिती हुई है। लो जी ओके। इस तो अगे आपां नैक्सट स्टैप राइट यूअर लैटर, अपना लैटर लिखा हुआ है। इसलिए हुण आपां अपने फील्ड जो मर्ज फील्ड है इंसर्ट करांगे। सब तो पहला रोल नंबर, रोल नंबर लई मैं मोर आइटम्स, रोल नंबर इंसर्ट करना है, इंसर्ट। देखो जी इनू थोड़ा जा आपां कर देंगे। इस तो अगे नेम, मोर आइटम, नेम, इंसर्ट। हुण आपां सारे फील्ड इस विच इंसर्ट कर चुके हैं। देखो इस तो अगला स्टैप प्रीव्यू यूअर लैटर्स। देखो अपने कोले सब डिस्पले है जिहड़ा हो रहा है। आपां नैक्सट प्रीवियस करके सारे देख सकते हैं। देखो सब चेंज हो रहे हैं। नाम देखो जी
ਕੱਲੇ ਕੱਲੇ ਬੱਚੇ ਨੂੰ ਆਪਾਂ ਚੈੱਕ ਕਰ ਸਕਦੇ ਹਾਂ। ਇਹ ਪੂਰੇ ਆਪਣੇ ਚੈੱਕ ਹੋ ਚੁੱਕੇ ਹੈ। ਹੁਣ ਆਪਾਂ ਕੰਪਲੀਟ ਦਾ ਮਰਜ ਕਰਾਂਗੇ। ਇਸ ਨੂੰ ਆਪਾਂ ਇੰਡੀਵਿਜੂਅਲ ਲੈਟਰਸ ਵਿੱਚ ਸੇਵ ਕਰਕੇ ਰੱਖ ਲਾਂਗੇ ਆਰ ਰਿਕਾਰਡ। ਓਕੇ, ਦੇਖੋ ਜੀ ਆਪਣੀ ਤੁਸੀਂ ਦੇਖ ਸਕਦੇ ਹੋ ਆਪਣੀ ਪੂਰੀ ਸ਼ੀਟ ਹੈ ਜਿਹੜੀ ਉਹ ਤਿਆਰ ਹੋ ਚੁੱਕੀ ਹੈ। ਦੇਖੋ ਨੰਬਰ ਹਰ ਇੱਕ ਬੱਚੇ ਦਾ ਅਲੱਗ-ਅਲੱਗ ਡਿਟੇਲ ਹੈ ਜਿਹੜੀ ਉਹ ਆ ਰਹੀ ਹੈ। 20 ਦੇ 20 ਪੇਜ ਆਪਣੇ ਸਿਲੈਕਟ ਹੋ ਰਹੇ ਹੈ। ਠੀਕ ਹੈ, ਇਹ ਸੀ ਆਪਣਾ MS ਐਕਸਲ ਦੀ ਮਦਦ ਨਾਲ ਮੇਲ ਮਰਜ ਤਿਆਰ ਕਰਨਾ। ਆਪਣਾ ਇਸ ਤੋਂ ਅਗਲਾ ਟੌਪਿਕ ਹੈ ਪੇਜ ਲੇਆਊਟ। ਪੇਜ ਲੇਆਊਟ ਤੋਂ ਭਾਵ ਹੈ ਪ੍ਰਿੰਟਿੰਗ ਲਈ ਡਾਕੂਮੈਂਟ ਨੂੰ ਤਿਆਰ ਕਰਨਾ। ਇਸ ਲਈ ਕਈ ਕੰਮ ਆਪਾਂ ਕਰਨੇ ਹੈ। ਸਭ ਤੋਂ ਪਹਿਲਾਂ ਆਪਾਂ ਕੰਮ ਕਰਦੇ ਹਾਂ ਲਾਈਨ ਸਪੇਸਿੰਗ ਨੂੰ ਠੀਕ ਕਰਨਾ। ਜੋ ਮੇਰੇ ਸਾਹਮਣੇ ਡਾਕੂਮੈਂਟ ਡਿਸਪਲੇ ਹੋ ਰਿਹਾ ਹੈ, ਇਸ ਦੀ ਮੈਂ ਲਾਈਨ ਸਪੇਸਿੰਗ ਨੂੰ ਠੀਕ ਕਰੂੰਗਾ। ਇਸ ਲਈ ਆਪਾਂ ਸਾਰੇ ਡਾਕੂਮੈਂਟ ਨੂੰ ਸਿਲੈਕਟ ਕਰਾਂਗੇ ਕੰਟਰੋਲ A। ਦੇਖੋ ਜੀ ਆਪਾਂ ਸਾਰਾ ਡਾਕੂਮੈਂਟ ਸਿਲੈਕਟ ਕਰ ਲਿਆ। ਇਸ ਤੋਂ ਆਪਾਂ ਲਾਈਨ ਸਪੇਸਿੰਗ ਹੈ ਜਿਹੜੀ ਉਹ ਸੈੱਟ ਕਰ ਸਕਦੇ ਹਾਂ। ਦੇਖੋ ਆਹ ਲਾਈਨ ਸਪੇਸਿੰਗ ਹੈ, ਜਾਂ ਆਪਾਂ ਇਸ ਡਾਇਲੌਗ ਲਾਂਚਰ ਤੋਂ ਵੀ ਲਾਈਨ ਸਪੇਸਿੰਗ ਹੈ ਜਿਹੜੀ ਉਹ ਸੈੱਟ ਕਰ ਸਕਦੇ ਹਾਂ। ਦੇਖੋ ਆ ਦਿੱਤੀ ਹੋਈ ਹੈ ਲਾਈਨ ਸਪੇਸਿੰਗ। ਦੋ ਤਰੀਕੇ ਨਾਲ ਆਪਾਂ ਲਾਈਨ ਸਪੇਸਿੰਗ ਸੈੱਟ ਕਰ ਰੱਖ ਸਕਦੇ ਹਾਂ। ਦੇਖੋ ਇੱਥੋਂ ਆਪਾਂ ਸਿੰਗਲ ਲਾਈਨ ਕਰ ਦਿੰਦੇ ਹਾਂ। ਠੀਕ ਹੈ, ਇਹ ਆਪਣੀ ਲਾਈਨ ਸਪੇਸਿੰਗ ਹੈ ਜੋ ਸੈੱਟ ਹੋ ਗਈ। ਅਗਰ ਆਪਾਂ ਇਸ ਨੂੰ ਚੇਂਜ ਕਰਨਾ ਆਪਾਂ ਇੱਥੋਂ ਚੇਂਜ ਵੀ ਕਰ ਸਕਦੇ ਹਾਂ। ਦੇਖੋ ਜੀ ਵੱਧ ਕਰਨੀ ਹੈ ਵੱਧ ਕਰ ਲਓ। ਠੀਕ ਹੈ, ਆਪਾਂ ਇਸ ਲਾਈਨ ਸਪੇਸਿੰਗ ਤੇ ਕਰਕੇ ਇਸ ਨੂੰ ਸੈੱਟ ਕਰ ਲੈਂਦੇ ਹਾਂ। ਇਸ ਤੋਂ ਅੱਗੇ ਅਗਲਾ ਟੌਪਿਕ ਆਪਣਾ ਪੇਜ ਮਾਰਜਨ। ਮਾਰਜਨ ਪੇਜ ਦੇ ਕਿਨਾਰਿਆਂ ਦੇ ਆਲੇ ਦੁਆਲੇ ਛੱਡੀ ਗਈ ਖਾਲੀ ਥਾਂ ਹੁੰਦੀ ਹੈ। ਮਾਰਜਨ ਦੇ ਅੰਦਰ ਅਸੀਂ ਪ੍ਰਿੰਟ ਹੋਣ ਵਾਲੀ ਸਮੱਗਰੀ ਰੱਖਦੇ ਹਾਂ। ਦੂਜੇ ਸ਼ਬਦਾਂ ਵਿੱਚ ਪੇਜ ਅਤੇ ਕਿਨਾਰਿਆਂ ਦੇ ਵਿਚਕਾਰਲੀ ਥਾਂ ਨੂੰ ਅਸੀਂ ਮਾਰਜਨ ਆਖਦੇ ਹਾਂ। ਹੁਣ ਆਪਾਂ ਮਾਰਜਨ ਸੈੱਟ ਕਰਾਂਗੇ। ਮਾਰਜਨ ਸੈੱਟ ਕਰਨ ਲਈ ਆਪਾਂ ਪੇਜ ਲੇਆਊਟ ਦੇ ਵਿੱਚ ਜਾਵਾਂਗੇ। ਦੇਖੋ ਜੀ ਇੱਥੋਂ ਆਪਾਂ ਮਾਰਜਨ ਹੈ ਜਿਹੜਾ ਉਹ ਸੈੱਟ ਕਰ ਸਕਦੇ ਹਾਂ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਇਹ ਮਾਰਜਨ ਟੈਬ ਹੈ, ਇਸ ਤੋਂ ਆਪਾਂ ਮਾਰਜਨ ਸੈੱਟ ਕਰ ਸਕਦੇ ਹਾਂ। ਜਿਸ ਤਰ੍ਹਾਂ ਦਾ ਮਾਰਜਨ ਆਪਾਂ ਲੈਣਾ ਹੈ ਨੋਰਮਲ। ਠੀਕ ਹੈ, ਇਸ ਤੋਂ ਅੱਗੇ ਨੈਰੋ। ਦੇਖੋ ਨੈਰੋ ਹੋ ਗਿਆ, ਮੋਡਰੇਟ। ਇਹ ਸਾਰੇ ਡਿਫਾਲਟ ਮਾਰਜਨ ਹੈ। ਆਪਾਂ ਆਪਣੀ ਮਰਜ਼ੀ ਨਾਲ ਕਸਟਮ ਮਾਰਜਨ ਵੀ ਦੇ ਸਕਦੇ ਹਾਂ। ਠੀਕ ਹੈ, ਜਾਂ ਇੱਥੋਂ ਵੀ ਆਪਾਂ ਚੇਂਜ ਕਰ ਸਕਦੇ ਹਾਂ, ਜਾਂ ਇਸ ਤੋਂ ਵੀ ਆਪਾਂ ਪੇਜ ਸੈਟਅਪ 'ਚ ਮਾਰਜਨ ਨੂੰ ਸੈੱਟ ਆਪਾਂ ਕਰ ਸਕਦੇ ਹਾਂ। ਤੇ ਮਾਰਜਨ ਆਪਣਾ ਦਿੱਤਾ ਹੋਇਆ ਸੈਂਟੀਮੀਟਰ ਦੇ ਵਿੱਚ। ਠੀਕ ਹੈ, ਆਪਾਂ ਉੱਪਰ ਤੋਂ ਵਧਾਉਣਾ ਹੈ। ਮੰਨ ਲਓ 3 ਕਰਤਾ, ਇੱਥੇ ਬਾਟਮ ਤੇ ਵੀ ਆਪਾਂ 3 ਕਰਤਾ। ਲੈਫਟ ਮਾਰਜਨ ਇਸ ਨੂੰ ਆਪਾਂ 2 ਕਰਤਾ। ਰਾਈਟ ਮਾਰਜਨ ਨੂੰ ਵੀ ਆਪਾਂ 2 ਕਰਤਾ। ਗਟਰ ਹੁੰਦਾ ਹੈ ਬਾਈਂਡਿੰਗ ਲਈ ਜੋ ਆਪਾਂ ਜਗ੍ਹਾ ਛੱਡਦੇ ਹਾਂ ਕਿਸੇ ਵੀ ਪੇਜ ਵਿੱਚ ਬਾਈਂਡਿੰਗ ਕਰਵਾਉਣੇ ਆ, ਬਾਈਂਡਿੰਗ ਲਈ ਜਗ੍ਹਾ ਛੱਡਦੇ ਹਾਂ ਜੋ, ਉਸ ਨੂੰ ਆਪਾਂ ਗਟਰ ਕਹਿੰਦੇ ਹਾਂ। ਗਟਰ ਦਾ ਸਾਈਜ਼ ਮੰਨ ਲਓ ਆਪਾਂ 1 ਸੈਂਟੀਮੀਟਰ ਛੱਡਦੇ ਹਾਂ। ਗਟਰ ਦੀ ਪੋਜੀਸ਼ਨ ਲੈਫਟ ਜਾਂ ਟੌਪ, ਆਪਾਂ ਜਿਸ ਸਾਈਡ ਤੋਂ ਆਪਣੇ ਪੇਜ ਦੀ ਬਾਈਂਡਿੰਗ ਕਰਵਾਉਣੀ ਆਪਾਂ ਉਸ ਹਿਸਾਬ ਨਾਲ ਗਟਰ ਦੀ ਪੋਜੀਸ਼ਨ ਦੇ ਸਕਦੇ ਹਾਂ। ਮੰਨ ਲਓ ਆਪਾਂ ਲੈਫਟ ਸਾਈਡ ਦਿੱਤਾ ਤਾਂ ਇੱਧਰੋਂ ਮਾਰਜਨ ਜਦੋਂ ਆਪਾਂ ਓਕੇ ਕਰਾਂਗੇ ਦੇਖੋ ਮਾਰਜਨ ਵੱਧ ਗਿਆ। ਠੀਕ ਹੈ, ਇਹ ਸੀ ਮਾਰਜਨ ਸੈੱਟ ਕਰਨਾ। ਇਸ ਤੋਂ ਅੱਗੇ ਆਪਾਂ ਪੇਜ ਦੀ ਓਰੀਐਂਟੇਸ਼ਨ। ਪੇਜ ਓਰੀਐਂਟੇਸ਼ਨ ਤੋਂ ਭਾਵ ਹੈ ਪੇਜ ਦੀ ਪ੍ਰਿੰਟਿੰਗ ਕਿਸ ਰੂਪ ਵਿੱਚ ਚਾਹੀਦੀ ਹੈ। ਇਹ 2 ਤਰ੍ਹਾਂ ਦੀ ਹੁੰਦੀ ਹੈ, ਪੋਰਟਰੇਟ ਖੜਵੇਂ ਰੂਪ ਵਿੱਚ, ਲੈਂਡਸਕੇਪ ਲੇਟਵੇਂ ਰੂਪ ਵਿੱਚ। ਓਰੀਐਂਟੇਸ਼ਨ ਪੋਰਟਰੇਟ ਆ ਦੇਖੋ ਖੜਵੇਂ ਰੂਪ ਵਿੱਚ ਆ ਗਈ। ਇੱਥੋਂ ਵੀ ਸੈੱਟ ਕਰ ਸਕਦੇ ਹਾਂ ਆਪਾਂ, ਜਾਂ ਆਪਾਂ ਡਾਇਲੌਗ ਲਾਂਚਰ ਤੇ ਕਲਿੱਕ ਕਰਕੇ ਵੀ ਆਪਾਂ ਇੱਥੋਂ ਬਦਲ ਸਕਦੇ ਹਾਂ ਲੈਂਡਸਕੇਪ। ਓਕੇ, ਠੀਕ ਹੈ ਜੀ। ਇਹਨੂੰ ਮੈਂ ਛੋਟਾ ਵਿਊ ਕਰਕੇ ਤੁਹਾਨੂੰ ਦਿਖਾ ਦਿੰਦਾ। ਦੇਖੋ ਹੁਣ ਪੇਜ ਆਪਣਾ ਲੈਂਡਸਕੇਪ ਹੈ ਜਿਹੜਾ ਉਹ ਹੋ ਚੁੱਕਾ ਹੈ। ਠੀਕ ਹੈ, ਅਗਰ ਆਪਾਂ ਇਸ ਨੂੰ ਓਰੀਐਂਟਰ ਨੂੰ ਚੇਂਜ ਕਰਨਾ ਹੈ, ਦੇਖੋ ਜੀ ਓਰੀਐਂਟੇਸ਼ਨ ਹੁਣ ਆਪਣਾ ਲੈਂਡਸਕੇਪ ਹੋ ਗਿਆ। ਤੁਹਾਨੂੰ
ਲਾਈਨਸ ਦੀ ਸਥਿਤੀ ਤੋਂ ਪਤਾ ਲੱਗਦਾ ਹੋ। ਧਿਆਨ ਰੱਖੋ ਇੱਧਰ ਥੋੜ੍ਹਾ ਜਿਹਾ, ਦੇਖੋ ਜੀ। ਠੀਕ ਹੈ, ਇਸ ਤਰ੍ਹਾਂ ਆਪਾਂ ਪੇਜ ਦੀ ਓਰੀਐਂਟੇਸ਼ਨ ਚੇਂਜ ਕਰ ਸਕਦੇ ਹਾਂ। ਇਸ ਤੋਂ ਅੱਗੇ ਕਸਟਮ ਮਾਰਜਨ ਲਗਾਉਣਾ। ਕਸਟਮ ਮਾਰਜਨ ਆਪਾਂ ਲਗਾਉਣਾ ਤੁਹਾਨੂੰ ਮੈਂ ਸਿਖਾ ਚੁੱਕਿਆ ਪਿੱਛੇ ਹੀ। ਕਸਟਮ ਮਾਰਜਨ ਲਗਾਉਣ ਲਈ ਦੇਖੋ ਡਾਇਲੌਗ ਲਾਂਚਰ, ਇਸ ਤੋਂ ਆਪਾਂ ਜੋ ਵਧਾਉਣਾ ਘਟਾਉਣਾ ਹੈ, ਟੌਪ ਬੋਟਮ ਜਿਸ ਵੀ ਜਗ੍ਹਾ ਤੋਂ ਆਪਾਂ ਵਧਾਉਣਾ ਘਟਾਉਣਾ ਆਪਾਂ ਛੱਡ ਸਕਦੇ ਹਾਂ। ਦੇਖੋ ਮੈਂ ਟੌਪ ਤੋਂ ਮਾਰਜਨ ਘਟਾ ਕੇ 2 ਸੈਂਟੀਮੀਟਰ ਕਰ ਰਹੇ ਹਾਂ। ਓਕੇ, ਦੇਖੋ ਜੀ ਉੱਪਰ ਚਲਾ ਗਿਆ, ਇਸ ਲਈ ਮੈਂ ਗਟਰ ਪੋਜੀਸ਼ਨ ਹੈ ਜੀ, ਗਟਰ ਵੀ ਖਤਮ ਕਰਦਾ ਹੈ। ਦੇਖੋ ਜੀ ਗਟਰ ਖਤਮ ਕਰਤਾ ਮੈਂ। ਦੇਖੋ ਜੀ ਇਹ ਸੀ ਆਪਣਾ ਕਸਟਮ ਮਾਰਜਨ। ਇਸ ਤੋਂ ਅੱਗੇ ਹੈ ਪੇਜ ਬ੍ਰੇਕ। ਜਦੋਂ ਅਸੀਂ ਪੇਜ ਦੇ ਅਖੀਰ ਤੇ ਪਹੁੰਚਦੇ ਹਾਂ ਤਾਂ ਵਰਡ ਆਪਣੇ ਆਪ ਪੇਜ ਬ੍ਰੇਕ ਇਨਸਰਟ ਕਰ ਦਿੰਦਾ ਹੈ, ਪਰੰਤੂ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਵੀ ਜਗ੍ਹਾ ਤੇ ਪੇਜ ਬ੍ਰੇਕ ਇਨਸਰਟ ਕਰ ਸਕਦੇ ਹਾਂ। ਹੁਣ ਆਪਾਂ ਪੇਜ ਬ੍ਰੇਕ ਇਨਸਰਟ ਕਰਨਾ ਸਿੱਖਾਂਗੇ। ਇਸ ਲਈ ਆਪਾਂ ਨੂੰ ਇਨਸਰਟ ਤੇ ਜਾਣਾ ਪਊਗਾ। ਠੀਕ ਹੈ ਜੀ, ਪੇਜ ਬ੍ਰੇਕ ਆਹ ਦੇਖ ਸਕਦੇ ਹੋ ਤੁਸੀਂ। ਪਹਿਲਾਂ ਆਹ ਪੇਜ ਬ੍ਰੇਕ ਹੈ, ਜਿੱਥੋਂ 2 ਪੇਜ ਵੱਖੋ ਵੱਖਰੇ ਹੁੰਦੇ ਆ, ਉਸ ਨੂੰ ਆਪਾਂ ਪੇਜ ਬ੍ਰੇਕ ਕਹਿੰਦੇ ਹਾਂ। ਆਪਾਂ ਮਰਜ਼ੀ ਨਾਲ, ਮੰਨ ਲਓ ਆਪਾਂ ਨੂੰ ਇੱਥੇ ਪੇਜ ਬ੍ਰੇਕ ਚਾਹੀਦਾ ਹੈ, ਪੇਜ ਬ੍ਰੇਕ ਇਸ ਤੇ ਕਲਿੱਕ ਕਰਾਂਗੇ ਤਾਂ ਦੇਖੋ ਨਵਾਂ ਪੇਜ ਉਸ ਤੋਂ ਅੱਗੇ ਬਣ ਗਿਆ, ਦੇਖੋ ਤੁਸੀਂ। ਠੀਕ ਹੈ, ਇਸ ਦਾ ਇੱਕ ਸ਼ਾਰਟਕਟ ਤਰੀਕਾ ਵੀ ਹੈ। ਮੰਨ ਲਓ ਇੱਥੇ ਪੇਜ ਬ੍ਰੇਕ ਇਨਸਰਟ ਕਰਨਾ ਹੈ, ਕੰਟਰੋਲ ਇੰਟਰ ਦਬਾਵਾਂਗੇ ਤਾਂ ਵੀ ਪੇਜ ਬ੍ਰੇਕ ਇਨਸਰਟ ਆਪਣਾ ਹੋ ਜਾਂਦਾ। ਦੇਖੋ ਤੁਸੀਂ ਪੇਜ ਬ੍ਰੇਕ ਇਨਸਰਟ ਹੋ ਗਿਆ ਹੈ। ਇਸ ਤੋਂ ਅੱਗੇ ਟੈਬ ਸਟਾਪਸ ਸਾਨੂੰ ਸਹੀ ਢੰਗ ਨਾਲ ਜਾਣਕਾਰੀ ਦਰਸਾਉਣ ਅਤੇ ਲੜੀਬੱਧ ਕਰਨ ਵਿੱਚ ਮਦਦ ਕਰਦੇ ਹਨ। ਇਹ 5 ਤਰ੍ਹਾਂ ਦੇ ਹੁੰਦੇ ਹਨ: ਲੈਫਟ, ਸੈਂਟਰ, ਰਾਈਟ, ਡੈਸੀਮਲ ਅਤੇ ਬਾਰ। ਆਪਾਂ 3 ਟੈਬ ਸਪੇਸ ਮੈਂ ਤੁਹਾਨੂੰ ਇੱਥੇ ਕਰਕੇ ਦਿਖਾਉਣਾ। ਮੰਨ ਲਓ ਆਪਾਂ ਇੱਥੇ ਟੈਬ ਸਪੇਸ ਦੀ ਸੈਟਿੰਗ ਕਰਨੀ ਹੈ। ਮੈਂ ਖਾਲੀ ਜਗ੍ਹਾ ਥੋੜ੍ਹੀ ਜਿਹੀ ਬਣਾ ਰਿਹਾ। ਆਪਣੇ ਕੀਬੋਰਡ ਦੇ ਉੱਪਰ ਇੱਕ ਟੈਬ ਦਾ ਬਟਨ ਲੱਗਿਆ ਹੁੰਦਾ ਹੈ। ਇਹ ਉਸ ਨਾਲ ਸੰਬੰਧਿਤ ਹੈ ਵੀ ਜਦੋਂ ਆਪਾਂ ਉਸ ਬਟਨ ਨੂੰ ਪ੍ਰੈਸ ਕਰਦੇ ਹਾਂ ਤਾਂ ਆਪਣੀ ਕਰਸਰ ਅਗਲੀ ਟੈਬ ਵਿੱਚ ਚਲੀ ਜਾਂਦੀ ਹੈ। ਹੁਣ ਆਪਾਂ ਟੈਬ ਸਟਾਪਸ ਦੀ ਸੈਟਿੰਗ ਕਰਨ ਸਿੱਖਾਂਗੇ। ਸਭ ਤੋਂ ਪਹਿਲਾਂ ਆ ਦੇਖੋ ਇਹ ਟੈਬ ਸਟਾਪਸ ਹੈ। ਦੇਖੋ ਲੈਫਟ, ਆਪਾਂ ਲੈਫਟ ਤੇ ਕਲਿੱਕ ਕੀਤਾ, ਸੈਂਟਰ ਆ ਗਈ, ਰਾਈਟ ਆ ਗਈ, ਡੈਸੀਮਲ ਅਤੇ ਬਾਰ। ਠੀਕ ਹੈ ਜੀ, ਇਸ ਤਰ੍ਹਾਂ ਆਪਾਂ ਹੁਣ ਲੈਫਟ ਟੈਬ ਪਹਿਲਾਂ ਕਲਿੱਕ ਕਰਾਂਗੇ। ਇੱਥੇ ਰੂਲਰ ਬਾਰ ਦੇ ਵਿੱਚ ਇਹ ਆਪਾਂ ਲਗਾਉਣੇ ਆ। ਦੇਖੋ ਜੀ ਲੱਗ ਗਈ ਲੈਫਟ ਟੈਬ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਇਹ ਟੈਬ ਲੱਗੀ ਹੋਈ ਹੈ ਇੱਕ ਛੋਟਾ ਜਿਹਾ। ਇਸ ਤੋਂ ਅੱਗੇ ਆਪਾਂ ਸੈਂਟਰ ਲਗਾਉਣੀ ਹੈ। ਇਸ ਜਗ੍ਹਾ ਤੇ ਆਪਾਂ ਸੈਂਟਰ ਟੈਬ ਲਗਾਤੀ। ਇਸ ਤੋਂ ਅੱਗੇ ਰਾਈਟ ਲਗਾਉਣੀ ਹੈ ਤਾਂ ਇੱਥੇ ਆਪਾਂ ਰਾਈਟ ਟੈਬ ਲਗਾਤੀ। ਠੀਕ ਹੈ ਜੀ, 3 ਟੈਬ ਲੱਗ ਚੁੱਕੀਆਂ। ਹੁਣ ਮੈਂ ਤੁਹਾਨੂੰ ਇਹਨਾਂ ਦੀ ਵਰਤੋਂ ਕਰਕੇ ਦਿਖਾਉਣਾ ਹੈ। ਪਹਿਲਾਂ ਲੈਫਟ ਟੈਬ ਦੇ ਵਿੱਚ ਆਪਾਂ ਦੇਖੋ ਜੀ, ਹੁਣ ਆਪਾਂ ਅੱਗੇ ਟੈਬ ਨਾਲ ਸੈਂਟਰ ਟੈਬ ਵਿੱਚ ਚਲੇ ਗਏ। ਹੁਣ ਦੇਖੋ ਇਹ ਸੈਂਟਰ ਵਾਲੀ ਆ ਗਈ। ਹੁਣ ਆਪਾਂ ਅੱਗੇ ਰਾਈਟ ਵਿੱਚ ਚਲੇ ਗਏ। ਦੇਖੋ ਇਹਨਾਂ 3 ਟੈਬਸ ਤੋਂ ਪਤਾ ਲੱਗਦਾ ਹੈ ਲੈਫਟ, ਰਾਈਟ ਤੇ ਸੈਂਟਰ। ਇਹਨਾਂ ਟੈਬ ਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਇਨਸਰਟ ਕਰ ਸਕਦੇ ਹਾਂ। ਇਸ ਤੋਂ ਅੱਗੇ ਟੈਬ ਸਟਾਪਸ ਨੂੰ ਕਲੀਅਰ ਕਰਨਾ। ਦੇਖੋ ਪਹਿਲੀ ਟੈਬ ਉੱਪਰ ਕਲਿੱਕ ਕਰੋ, ਇਸ ਨੂੰ ਚੱਕ ਦਿਓ। ਦੂਸਰੀ ਟੈਬ ਤੇ ਵੀ ਕਲਿੱਕ ਕਰੋ, ਇਸ ਨੂੰ ਚੱਕ ਦਿਓ। ਤੀਸਰੀ ਟੈਬ ਤੇ ਕਲਿੱਕ ਕਰੀ, ਇਸ ਨੂੰ ਚੱਕ ਦਿਓ। ਦੇਖੋ ਸਾਰੀ ਜਾਣਕਾਰੀ ਇੱਕ ਸਿੰਗਲ ਟੈਬ ਤੇ ਸੈਟਿੰਗ ਹੋ ਗਈ। ਇਸ ਤੋਂ ਬਾਅਦ ਹੁਣ ਆਪਾਂ ਟੈਬ ਨੂੰ ਸੈਟਿੰਗ ਕਰਨ ਦਾ ਇੱਕ ਹੋਰ ਤਰੀਕਾ ਸਿੱਖਾਂਗੇ। ਦੂਸਰਾ ਤਰੀਕਾ, ਡਾਇਲੌਗ ਲਾਂਚਰ ਤੇ ਕਲਿੱਕ ਕਰੋ। ਦੇਖੋ ਪੈਰਾਗ੍ਰਾਫ ਬਾਕਸ ਆ ਗਿਆ। ਇਹਦੇ ਨੀਚੇ ਆਹ ਦੇਖੋ ਬਣਿਆ ਹੋਇਆ ਹੈ ਟੈਬਸ। ਇਸ ਤੋਂ ਵੀ ਆਪਾਂ ਟੈਬਸ ਦੀ ਸੈਟਿੰਗ ਹੈ ਜਿਹੜੀ ਉਹ ਕਰ ਸਕਦੇ ਹਾਂ। ਦੇਖੋ ਜੀ ਕਲਿੱਕ ਕਰਾਂਗੇ, ਆਪਣੇ ਕੋਲ ਇੱਕ ਨਵਾਂ ਡਾਇਲੌਗ ਬਾਕਸ ਆ ਗਿਆ। ਟੈਬ ਦੀ ਪਹਿਲੀ ਪੋਜੀਸ਼ਨ ਕਿੱਥੇ ਚਾਹੀਦੀ ਹੈ, ਇਹਦਾ ਅਲਾਈਨਮੈਂਟ ਕੀ ਚਾਹੀਦਾ ਹੈ। ਮੈਂ ਚਾਹੁੰਦਾ ਜੀ ਇਸ ਦੀ ਪਹਿਲੀ ਪੋਜੀਸ਼ਨ 5 ਸੈਂਟੀਮੀਟਰ ਤੇ ਆ ਜੇ, ਸੈੱਟ। ਜੋ ਦੂਸਰੀ ਪੋਜੀਸ਼ਨ ਹੈ ਉਹ ਇਸ ਦੀ 8 ਤੇ ਆ ਜੀ, ਔਰ ਮੈਂ ਇਸ ਦਾ ਅਲਾਈਨਮੈਂਟ ਸੈਂਟਰ ਕਰੂੰਗਾ। ਦੇਖੋ ਤੀਸਰੀ ਮੈਨੂੰ 15 ਤੇ ਚਾਹੀਦੀ ਹੈ। ਦੇਖੋ ਜੀ 15 ਤੇ ਕਰਕੇ ਇਸ ਦਾ ਅਲਾਈਨਮੈਂਟ ਮੈਂ ਰਾਈਟ ਕਰੂੰਗਾ, ਸੈੱਟ। ਓਕੇ, ਦੇਖੋ ਜੀ 3 ਟੈਬ ਸੈੱਟ ਹੋ ਗਏ। ਹੁਣ ਮੈਂ ਪਹਿਲੀ ਟੈਬ ਵਿੱਚ ਟਾਈਪਿੰਗ ਕਰੂੰਗਾ।
ਪਹਿਲੀ ਟੈਬ ਵਿੱਚ ਟਾਈਪਿੰਗ ਕਰਦੇ ਆਪਾਂ, ਦੇਖੋ ਜੀ ਦੇਖੋ ਜੀ ਇਹ ਸੀ ਆਪਣੀਆਂ ਤਿੰਨੋਂ ਟੈਬਸ। ਹੁਣ ਆਪਾਂ ਟੈਬਸ ਨੂੰ ਕਲੀਅਰ ਕਰਨਾ ਹੈ ਤਾਂ ਉਸ ਲਈ ਵੀ ਆਪਾਂ ਡਾਇਲੌਗ ਲਾਂਚਰ ਤੇ ਜਾਵਾਂਗੇ। ਦੇਖੋ ਟੈਬਸ ਉੱਪਰ ਕਲਿੱਕ ਕੀਤਾ, ਕਲੀਅਰ ਆਲ ਕਰਾਂਗੇ ਤਾਂ ਸਾਰੀਆਂ ਟੈਬਸ ਆਪਣੀਆਂ ਕਲੀਅਰ ਹੋ ਗਈਆਂ, ਤੁਸੀਂ ਇਸ ਨੂੰ ਦੇਖ ਸਕਦੇ ਹੋ। ਇਸ ਤੋਂ ਅੱਗੇ ਇੱਕ ਡਾਕੂਮੈਂਟ ਨੂੰ ਅੰਤਿਮ ਰੂਪ ਦੇਣਾ। ਸਾਰੇ ਕੰਮ ਪੂਰੇ ਕਰਨ ਤੋਂ ਬਾਅਦ ਡਾਕੂਮੈਂਟ ਨੂੰ ਅੰਤਿਮ ਰੂਪ ਦੇਣ ਦੀ ਜ਼ਰੂਰਤ ਪੈਂਦੀ ਹੈ, ਜਿਸ ਵਿੱਚ ਅਸੀਂ ਵਰਡ ਦੀਆਂ ਕੁਝ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਦੇ ਹਾਂ, ਜਿਵੇਂ ਸਪੈਲ ਚੈੱਕ ਵਿਸ਼ੇਸ਼ਤਾ। ਆਪਾਂ ਡਾਕੂਮੈਂਟ ਦੀ ਸਪੈਲਿੰਗ ਚੈੱਕ ਕਰਾਂਗੇ। ਆਪਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਕੁਛ ਟਾਈਪ ਕਰਦੇ ਹਾਂ ਤਾਂ ਵਰਡ ਕੁਛ ਕੁ ਸ਼ਬਦਾਂ ਦੇ ਥੱਲੇ ਰੈੱਡ ਲਾਈਨ ਹੈ ਜਿਹੜੀ ਉਹ ਲਗਾ ਰਿਹਾ ਹੈ। ਇਹ ਰੈੱਡ ਲਾਈਨ ਦੱਸਦੀ ਹੈ ਕਿ ਇਹਨਾਂ ਦੀ ਸਪੈਲਿੰਗ ਹੈ ਜਿਹੜੀ ਉਹ ਗਲਤ ਹੈ। ਹੁਣ ਆਪਾਂ ਸਪੈਲ ਚੈੱਕ ਵਿਸ਼ੇਸ਼ਤਾ ਜਿਹੜੀ ਉਸ ਦੀ ਵਰਤੋਂ ਕਰਾਂਗੇ। ਉਸ ਲਈ ਆਪਾਂ ਰਿਵਿਊ ਟੈਬ ਦੇ ਵਿੱਚ ਜਾਵਾਂਗੇ। ਇਸ ਤੋਂ ਸਪੈਲਿੰਗ ਐਂਡ ਗ੍ਰਾਮਰ ਆ ਤੁਸੀਂ ਦੇਖ ਸਕਦੇ ਹੋ। ਇਸ ਨੂੰ ਆਪਾਂ ਕਲਿੱਕ ਕਰਾਂਗੇ ਤਾਂ ਆਪਣੇ ਕੋਲ ਇਹ ਖੁੱਲ੍ਹ ਗਈ। ਦੇਖੋ ਜੀ ਪਹਿਲੇ ਇੱਥੇ ਗਏ ਆਪਾਂ, ਦੇਖੋ ਸਭ ਤੋਂ ਪਹਿਲਾਂ ਇਹਦੀ ਗਲਤੀ ਆਪਾਂ ਨੂੰ ਸੁਜੈਸ਼ਨ ਦਿੱਤੀ ਹੈ, ਆਪਾਂ ਚੇਂਜ ਕਰਦੇ ਹਾਂ। ਨੈਕਸਟ ਉੱਪਰ ਆ ਗਿਆ, ਚੇਂਜ ਆਲ, ਜਿੰਨੇ ਵੀ ਇਹ ਗਲਤੀਆਂ ਠੀਕ ਹੋ ਗਈਆਂ ਜੀ। ਦੇਖੋ ਅੱਗੇ ਕਸਟਮਰ, ਠੀਕ ਹੈ, ਇਹ ਸਪੈਲਿੰਗ ਚੇਂਜ ਆਲ, ਵਰਲਡ ਜਾਂ ਕੋਈ ਸਪੈਲਿੰਗ ਜੋ ਆਪਾਂ ਨੂੰ ਸਹੀ ਲੱਗਦਾ। ਦੇਖੋ ਇਸ ਤੇ ਇਹ ਸਹੀ ਬੈਠਦੇ ਹੈ। ਇਹ ਦੇਖੋ ਫਿਰ ਇਸ ਨੂੰ ਚੇਂਜ ਕਰਾਂਗੇ, ਠੀਕ ਹੈ। ਦੇਖੋ ਜੀ ਇਸ ਤਰ੍ਹਾਂ ਆ ਗਏ ਅੱਗੇ, ਠੀਕ ਹੈ। ਅਗਰ ਆਪਾਂ ਨੂੰ ਲੱਗਦਾ ਵੀ ਆਪਣੀ ਸਪੈਲਿੰਗ ਸਹੀ ਹੈ, ਆਪਾਂ ਇਸ ਦੀ ਡਿਕਸ਼ਨਰੀ ਵਿੱਚ ਸਪੈਲਿੰਗ ਨੂੰ ਐਡ ਵੀ ਕਰ ਸਕਦੇ ਹਾਂ। ਦੇਖੋ ਐਡ, ਠੀਕ ਹੈ। ਇਸ ਨੂੰ ਵੀ ਆਪਾਂ ਅੱਗੇ ਐਡ ਕਰਾਂਗੇ ਤਾਂ ਦੇਖੋ ਜੀ, ਠੀਕ ਹੈ। ਇਸ ਨੂੰ ਵੀ ਆਪਾਂ ਜੋ ਕਿਸੇ ਜਗ੍ਹਾ ਦਾ ਨਾਮ, ਕਿਸੇ ਪਰਸਨ ਦਾ ਨਾਮ, ਉਸ ਨੂੰ ਆਪਾਂ ਐਡ ਕਰ ਸਕਦੇ ਹਾਂ। ਦੇਖੋ ਐਡ, ਸਪੈਲ ਚੈੱਕ ਆਪਣੀ ਕੰਪਲੀਟ ਹੋ ਗਈ। ਅਗਰ ਇਸ ਨੂੰ ਦੁਬਾਰਾ ਲਿਖਾਂਗੇ ਤਾਂ ਆਪਾਂ ਨੂੰ ਇਹ ਸਪੈਲਿੰਗ ਮਿਸਟੇਕ ਨਹੀਂ ਦੇਊਗਾ। ਇਸ ਤੋਂ ਬਾਅਦ ਪ੍ਰਿੰਟ ਪ੍ਰੀਵਿਊ। ਪ੍ਰਿੰਟ ਪ੍ਰੀਵਿਊ ਤੋਂ ਭਾਵ ਹੈ ਡਾਕੂਮੈਂਟ ਨੂੰ ਪ੍ਰਿੰਟ ਦੇ ਰੂਪ ਵਿੱਚ ਦੇਖਣਾ, ਭਾਵ ਕਿ ਡਾਕੂਮੈਂਟ ਦਾ ਪ੍ਰਿੰਟ ਕਿਸ ਰੂਪ ਵਿੱਚ ਆਵੇਗਾ। ਜਦੋਂ ਅਸੀਂ ਪ੍ਰਿੰਟ ਕਮਾਂਡ ਤੇ ਕਲਿੱਕ ਕਰਦੇ ਹਾਂ ਤਾਂ ਪ੍ਰਿੰਟ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ। ਹੁਣ ਮੈਂ ਤੁਹਾਨੂੰ ਪ੍ਰਿੰਟ ਪ੍ਰੀਵਿਊ ਦੇਖਣਾ ਦੱਸਦਾ। ਆਪਾਂ ਫਾਈਲ ਦੇ ਵਿੱਚ ਪ੍ਰਿੰਟ ਕਮਾਂਡ ਉੱਪਰ ਕਲਿੱਕ ਕਰਾਂਗੇ ਤਾਂ ਇਹ ਦੇਖੋ ਆਪਣਾ ਡਾਕੂਮੈਂਟ ਦਾ ਪ੍ਰਿੰਟ ਪ੍ਰੀਵਿਊ ਜੋ ਆਪਾਂ ਨੂੰ ਦਿਖਾਤਾ। ਇਸ ਵਿੱਚ ਆਪਾਂ ਅਗਰ ਕੋਈ ਚੇਂਜ ਕਰਦੇ ਹਾਂ ਤਾਂ ਆਪਾਂ ਨੂੰ ਇੱਥੇ ਨਾਲ ਦੀ ਨਾਲ ਚੇਂਜ ਡਿਸਪਲੇ ਹੁੰਦੀ ਹੈ। ਇਸ ਤੋਂ ਅੱਗੇ ਹੈ ਪ੍ਰਿੰਟ ਕਮਾਂਡ। ਪ੍ਰਿੰਟ ਤੋਂ ਭਾਵ ਹੈ ਡਾਕੂਮੈਂਟ ਦਾ ਪ੍ਰਿੰਟ ਕੱਢਣਾ। ਅਸੀਂ ਲੋੜ ਅਨੁਸਾਰ ਪੂਰਾ ਡਾਕੂਮੈਂਟ ਜਾਂ ਉਸ ਦੇ ਕੁਝ ਹਿੱਸੇ ਪ੍ਰਿੰਟ ਕਰ ਸਕਦੇ ਹਾਂ। ਹੁਣ ਮੈਂ ਤੁਹਾਨੂੰ ਡਾਕੂਮੈਂਟ ਪ੍ਰਿੰਟ ਕਰਨ ਦੇ ਸਟੈਪਸ ਆ ਜਿਹੜੇ ਉਹ ਦੱਸਦਾ। ਫਾਈਲ, ਪ੍ਰਿੰਟ। ਸਭ ਤੋਂ ਪਹਿਲਾਂ ਆਪਾਂ ਪ੍ਰਿੰਟਰ ਚੂਜ਼ ਕਰਦੇ ਹਾਂ। ਇਹ ਆਪਣੇ ਕੋਲੇ ਪ੍ਰਿੰਟਰ ਜੋ ਆਪਣੇ ਕੋਲੇ ਅਵੇਲੇਬਲ ਹੈ ਉਹਨਾਂ ਦੀ ਲਿਸਟ ਆ ਰਹੀ ਹੈ। ਇਸ ਵਿੱਚੋਂ ਆਪਾਂ ਲੋੜੀਂਦਾ ਪ੍ਰਿੰਟਰ ਹੈ ਜੋ ਉਹ ਸਿਲੈਕਟ ਕਰ ਸਕਦੇ ਹਾਂ। ਮੈਂ ਇਹ ਪ੍ਰਿੰਟਰ ਸਿਲੈਕਟ ਕੀਤਾ ਹੈ। ਇਸ ਤੋਂ ਬਾਅਦ ਪ੍ਰਿੰਟ ਕੀ ਕਰਨਾ ਆਪਾਂ ਦੇਖੋ ਜੀ, ਇਸ ਵਿੱਚੋਂ ਭਰ ਸਕਦੇ ਹਾਂ ਜਾਂ ਆਪਾਂ ਇਸ 'ਚੋਂ ਆਪਾਂ ਭਰਨਾ ਤਾਂ ਆਪਾਂ ਮੰਨ ਲਓ ਆਲ ਪੇਜ। ਇਸ ਵਿੱਚੋਂ ਆਪਾਂ ਪੇਜ ਦੇ ਨੰਬਰ ਭਰ ਸਕਦੇ ਹਾਂ। ਜਿਵੇਂ ਆਪਾਂ ਨੂੰ ਪਹਿਲਾ ਤੇ ਤੀਜਾ ਪੇਜ ਪ੍ਰਿੰਟ ਚਾਹੀਦੇ ਹੈ। ਜਿਵੇਂ ਆਪਣੇ 2 ਪੇਜ ਦਾ ਡਾਕੂਮੈਂਟ ਹੈ, ਆਪਾਂ ਨੂੰ ਪਹਿਲਾ ਪੇਜ ਪ੍ਰਿੰਟ ਚਾਹੀਦਾ, ਆਪਾਂ ਇਸ 'ਚੋਂ ਪਹਿਲਾ ਪੇਜ ਭਰਤਾ। ਦੇਖੋ ਇਸ ਤੋਂ ਅੱਗੇ ਕੁਲੈਕਟਡ, ਅਗਰ ਆਪਾਂ ਲਗਾਤਾਰ ਲਗਾਉਣੇ ਆ ਤਾਂ ਆਪਾਂ ਕੁਲੈਕਟਡ ਚੁਣਾਂਗੇ। ਇਸ ਤੋਂ ਅੱਗੇ ਓਰੀਐਂਟੇਸ਼ਨ, ਡਾਕੂਮੈਂਟ ਜੋ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਹੋ, ਲੈਂਡਸਕੇਪ ਜਾਂ ਪੋਰਟਰੇਟ ਜੋ ਮਰਜ਼ੀ ਰੱਖ ਸਕਦੇ ਹਾਂ। ਇਸ ਤੋਂ ਅੱਗੇ ਆ ਗਿਆ ਪੇਪਰ ਦਾ ਸਾਈਜ਼। ਇਹ ਆਪਣੇ ਪੇਪਰ ਦੀ ਸਾਈਜ਼ ਆਪਣੇ ਕੋਲੇ ਜੋ ਅਵੇਲੇਬਲ ਹੈ ਉਹ ਦਿਖਾ ਰਿਹਾ ਹੈ। ਲੈਟਰ, ਲੀਗਲ, A4। ਆਪਾਂ ਜ਼ਿਆਦਾਤਰ ਆਪਣੀ ਪ੍ਰਿੰਟਿੰਗ A4 ਸਾਈਜ਼ ਦੇ ਉੱਪਰ ਜਾਂ ਲੈਟਰ ਸਾਈਜ਼ ਦੇ ਉੱਪਰ ਕਰਦੇ ਹਾਂ। ਇਸ ਤੋਂ ਅੱਗੇ ਮਾਰਜਨ ਦੀ ਆਪਾਂ ਸੈਟਿੰਗ ਇੱਥੋਂ ਵੀ ਕਰ ਸਕਦੇ ਹਾਂ ਦੁਬਾਰਾ, ਜਿਵੇਂ ਤੁਸੀਂ ਪਹਿਲਾਂ ਕਰਨੀ ਦੇਖ ਚੁੱਕੇ ਹੋ। ਇੱਥੋਂ ਦੁਬਾਰਾ ਆਪਾਂ ਵੀ ਮਾਰਜਨ ਦੀ ਸੈਟਿੰਗ ਉਹ ਕਰ ਸਕਦੇ ਹਾਂ। ਇਸ ਤੋਂ ਅੱਗੇ ਪੇਜ ਪਰ ਸ਼ੀਟ, ਇੱਕ ਪੇਜ ਦੇ ਉੱਪਰ ਕਿੰਨੇ ਪੇਜ ਪ੍ਰਿੰਟ ਹੋਣ। ਮੰਨ ਲਓ 2 ਪੇਜ ਦਿੱਤਾ, ਇਸ ਤਰ੍ਹਾਂ ਇੱਕ ਸ਼ੀਟ ਦੇ ਉੱਪਰ 2 ਪੇਜ ਵੀ ਆਪਾਂ ਪ੍ਰਿੰਟ ਆ ਜਿਹੜੇ ਉਹ ਲੈ ਸਕਦੇ ਹਾਂ। ਜਦੋਂ ਆਪਾਂ ਪ੍ਰਿੰਟ ਕਰਾਂਗੇ ਉਦੋਂ ਆਪਣੇ ਸਾਹਮਣੇ ਆ ਜਾਣਗੇ, ਠੀਕ ਹੈ। ਇਸ ਤੋਂ ਬਾਅਦ ਆਪਾਂ ਪ੍ਰਿੰਟ ਤੇ ਕਲਿੱਕ ਕਰਾਂਗੇ ਤਾਂ ਆਪਣਾ ਪੇਜ ਹੈ ਉਸ ਦਾ ਪ੍ਰਿੰਟ ਆਪਣੇ ਸਾਹਮਣੇ ਆ ਜਾਵੇਗਾ। ਇਸ ਤੋਂ ਅੱਗੇ ਹੈ MS ਪਾਵਰਪੁਆਇੰਟ। MS ਪਾਵਰਪੁਆਇੰਟ ਮਾਈਕਰੋਸਾਫਟ ਕੰਪਨੀ ਦਾ ਇੱਕ ਪ੍ਰੈਜੈਂਟੇਸ਼ਨ ਟੂਲ ਹੈ
ਜਿਸ ਦੀ ਵਰਤੋਂ ਪ੍ਰਭਾਵਸ਼ਾਲੀ ਪ੍ਰੈਜੈਂਟੇਸ਼ਨ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਫਾਈਲ ਦੀ ਐਕਸਟੈਂਸ਼ਨ .pptx ਹੁੰਦੀ ਹੈ। ਆਪਾਂ ਪਾਵਰਪੁਆਇੰਟ ਦੀ ਇੱਕ ਛੋਟੀ ਜਿਹੀ ਜੋ ਸਲਾਈਡ ਤੁਹਾਨੂੰ ਬਣਾ ਕੇ ਮੈਂ ਦਿਖਾਉਣਾ, ਮੈਂ ਇੱਕ ਬਣਾਈ ਬੈਠਾ ਛੋਟੀ ਜਿਹੀ ਸਲਾਈਡ, ਇਸ ਵਿੱਚ ਮੈਂ ਤੁਹਾਨੂੰ ਕਮਾਂਡ ਲਗਾ ਕੇ ਦਿਖਾਉਣਾ। ਇਹ ਆਪਣੇ ਕੋਲ ਇੱਕ ਪਾਵਰਪੁਆਇੰਟ ਦੀ ਸਲਾਈਡ ਮੈਂ ਟਾਈਪ ਕਰੀ ਹੋਈ ਹੈ। ਹੁਣ ਇਸ ਵਿੱਚ ਸਭ ਤੋਂ ਪਹਿਲਾਂ ਆਪਾਂ ਬੈਕਗਰਾਊਂਡ ਲਗਾਉਣੀ ਸਿੱਖਾਂਗੇ। ਸਲਾਈਡ ਦੀ ਬੈਕਗਰਾਊਂਡ ਕਿਵੇਂ ਲਗਾਉਣੀ ਹੈ, ਉਸ ਲਈ ਆਪਾਂ ਡਿਜ਼ਾਈਨ ਟੈਬ ਵਿੱਚ ਜਾਵਾਂਗੇ। ਆਪਣੇ ਕੋਲ ਇਹ ਜੋ ਬੈਕਗਰਾਊਂਡਸ ਹੈ ਆਪਣੇ ਕੋਲ ਡਿਸਪਲੇ ਹੋ ਰਿਹਾ ਕੁਝ ਕੁ ਟੈਂਪਲੇਟ, ਠੀਕ ਹੈ। ਇਸ ਦੀ ਬਜਾਏ ਮੈਂ ਇੱਥੋਂ ਆਪਾਂ ਫਾਰਮੈਟ ਬੈਕਗਰਾਊਂਡ 'ਤੇ ਜਾ ਕੇ ਜੋ ਕਲਿੱਕ ਕਰਾਂਗੇ ਤਾਂ ਇਹ ਬੈਕਗਰਾਊਂਡ ਆਪਾਂ ਚੇਂਜ ਕਰ ਸਕਦੇ ਹਾਂ। ਕਿਸ ਤਰ੍ਹਾਂ ਚਾਹੀਦੀ ਹੈ, ਸੋਲਿਡ, ਗ੍ਰੇਡੀਐਂਟ, ਪਿਕਚਰ, ਪੈਟਰਨ। ਹੁਣ ਆਪਾਂ ਸਭ ਤੋਂ ਪਹਿਲਾਂ ਸੋਲਿਡ ਕਰਕੇ ਦੇਖਾਂਗੇ। ਸੋਲਿਡ ਵਿੱਚ ਇੱਥੋਂ ਆਪਾਂ ਕਲਰ ਚੂਜ਼ ਕਰ ਸਕਦੇ ਹਾਂ, ਦੇਖੋ ਜੀ, ਠੀਕ ਹੈ। ਆਪਾਂ ਟੈਕਸਟ ਦਾ ਕਲਰ ਵੀ ਚੇਂਜ ਕਰ ਸਕਦੇ ਹਾਂ ਜੇ ਚਾਹੀਏ, ਠੀਕ ਹੈ ਜੀ। ਇਹ ਚੇਂਜ ਹੋ ਗਿਆ। ਅਗਰ ਆਪਾਂ ਗ੍ਰੇਡੀਐਂਟ ਲਗਾਉਣਾ ਹੈ ਤਾਂ ਆਪਾਂ ਗ੍ਰੇਡੀਐਂਟ ਵੀ ਲਗਾ ਸਕਦੇ ਹਾਂ। ਇਹ ਗ੍ਰੇਡੀਐਂਟ ਆਪਣੇ ਕੋਲ ਹੈਗੇ ਹੈ, ਜੋ ਗ੍ਰੇਡੀਐਂਟ ਆਪਾਂ ਚਾਹੁੰਦੇ ਹਾਂ ਆਪਾਂ ਲਗਾ ਸਕਦੇ ਹਾਂ। ਜਾਂ ਕੋਈ ਪਿਕਚਰ ਜਾਂ ਟੈਕਸਚਰ ਫਾਈਲ, ਇੱਥੋਂ ਆਪਾਂ ਪਿਕਚਰ ਨੂੰ ਚੇਂਜ ਵੀ ਕਰ ਸਕਦੇ ਹਾਂ, ਦੇਖੋ, ਠੀਕ ਹੈ। ਇਹ ਪਿਕਚਰ ਸੀ। ਜਾਂ ਕੋਈ ਪੈਟਰਨ, ਇਹ ਪੈਟਰਨ ਆਪਣੇ ਕੋਲ ਦਿੱਤੇ ਹੋਏ ਆ ਪਹਿਲਾਂ ਤੋਂ ਬਣੇ ਹੋਏ। ਪੈਟਰਨ ਦਾ ਕਲਰ ਚੇਂਜ ਕਰਨਾ, ਆਪਾਂ ਇੱਥੋਂ ਪੈਟਰਨ ਦਾ ਕਲਰ ਵੀ ਚੇਂਜ ਕਰ ਸਕਦੇ ਹਾਂ, ਦੇਖੋ, ਠੀਕ ਹੈ। ਬੈਕਗਰਾਊਂਡ ਮੰਨ ਲਓ, ਠੀਕ ਹੈ। ਇਸ ਨੂੰ ਥੋੜ੍ਹਾ ਜਿਹਾ ਆਪਾਂ ਦੇਖੋ ਇਸ ਤਰ੍ਹਾਂ ਵੀ ਕਰ ਸਕਦੇ ਹਾਂ। ਆਪਾਂ ਸੋਲਿਡ 'ਤੇ ਚੱਲਾਂਗੇ। ਇੱਥੋਂ ਮੈਂ ਕਲਰ ਚੂਜ਼ ਕਰੂੰਗਾ, ਦੇਖੋ ਜੀ। ਹੁਣ ਮੈਂ ਫੌਂਟ ਦੇ ਕਲਰ ਹੋਮ ਵਿੱਚੋਂ ਜਾਊਂਗਾ, ਠੀਕ ਹੈ ਜੀ। ਇਸ 'ਤੇ ਵੀ ਆਪਾਂ ਕਲਰ ਚੇਂਜ ਕਰਦੇ ਹਾਂ। ਇਸ ਤਰ੍ਹਾਂ ਆਪਾਂ ਅਗਲੀ ਸਲਾਈਡ 'ਤੇ ਵੀ ਇਸ ਤਰ੍ਹਾਂ ਦੀ ਫਾਰਮੈਟ ਕਰਾਂਗੇ। ਸੋਲਿਡ ਕਲਰ ਇਹ ਚੂਜ਼ ਕਰ ਲਿਆ, ਟੈਕਸਟ ਕਲਰ ਹੋਮ ਵਿੱਚੋਂ ਇਹ ਆਪਾਂ ਚੇਂਜ ਕਰਤੀ। ਬੈਕਗਰਾਊਂਡ ਅਤੇ ਫੌਂਟ ਦਾ ਕਲਰ ਆਪਾਂ ਚੇਂਜ ਕਰ ਲਿਆ। ਇਸ ਤੋਂ ਅੱਗੇ ਹੈ ਟ੍ਰਾਂਜੀਸ਼ਨ ਲਗਾਉਣੀ। ਟ੍ਰਾਂਜੀਸ਼ਨ ਤੋਂ ਭਾਵ ਜਦੋਂ ਇੱਕ ਸਲਾਈਡ ਤੋਂ ਦੂਸਰੀ ਸਲਾਈਡ 'ਤੇ ਜਾਂਦੇ ਹਾਂ ਤਾਂ ਕਿਸ ਤਰ੍ਹਾਂ ਦਾ ਜੋ ਇਫੈਕਟ ਹੈ ਆਉਣਾ ਚਾਹੀਦਾ। ਇਹ ਆਪਣੇ ਕੋਲੇ ਟ੍ਰਾਂਜੀਸ਼ਨ ਟੈਬ ਦੇ ਵਿੱਚ ਟ੍ਰਾਂਜੀਸ਼ਨ ਆਪਣੇ ਕੋਲੇ ਪਈਆਂ। ਇਹ ਟ੍ਰਾਂਜੀਸ਼ਨ ਦੀਆਂ ਕੈਟਾਗਰੀਜ਼ ਹੈ, ਕਿਸ ਤਰ੍ਹਾਂ ਦੀ ਆਪਾਂ ਨੂੰ ਚਾਹੀਦੀ ਹੈ। ਆਪਾਂ ਦੇਖੋ, ਮੈਂ ਕਲਿੱਕ ਕਰਦਾ, ਆਪਾਂ ਨੂੰ ਡਿਸਪਲੇ ਹੋ ਕੇ ਦਿਖਾਉਂਦੀ ਹੈ, ਦੇਖੋ ਜੀ, ਠੀਕ ਹੈ। ਇਸ ਤਰ੍ਹਾਂ ਦੀ ਆਪਾਂ ਕੋਈ ਵੀ ਟ੍ਰਾਂਜੀਸ਼ਨ ਹੈ ਜੋ ਉਹ ਲਗਾ ਸਕਦੇ ਹਾਂ, ਦੇਖੋ, ਠੀਕ ਹੈ। ਕੋਈ ਵੀ ਟ੍ਰਾਂਜੀਸ਼ਨ ਆਪਾਂ ਇਸ ਵਿੱਚੋਂ ਲਗਾ ਸਕਦੇ ਹਾਂ। ਇਹ ਸਟਾਈਲ ਹੈ 3। ਇਸ ਤੋਂ ਬਾਅਦ ਐਨੀਮੇਸ਼ਨ। ਹੁਣ ਆਪਾਂ ਆਪਣੇ ਜੋ ਟੈਕਸਟ ਹੈ ਇਹਨਾਂ ਉੱਪਰ ਐਨੀਮੇਸ਼ਨ ਲਗਾਉਣੀ ਸਿੱਖਾਂਗੇ। ਸਭ ਤੋਂ ਪਹਿਲਾਂ ਆਪਾਂ ਐਨੀਮੇਸ਼ਨ 'ਤੇ ਕਲਿੱਕ ਕਰਾਂਗੇ, ਆਪਣੀ ਸਲਾਈਡ ਚੂਜ਼ ਕਰਾਂਗੇ ਜਿਸ 'ਤੇ ਐਨੀਮੇਸ਼ਨ ਲਗਾਉਣੀ ਹੈ। ਪਹਿਲਾ ਫੌਂਟ ਚੁਣਿਆ ਆਪਾਂ। ਇਸ 'ਤੇ ਆ ਐਨੀਮੇਸ਼ਨ ਦੇ ਸਟਾਈਲਸ ਹੈ, ਆਪਾਂ ਕੋਈ ਵੀ ਲਗਾ ਸਕਦੇ ਹਾਂ। ਫਲਾਈ ਇਨ ਮੈਂ ਇਸ 'ਤੇ ਲਗਾਊਂਗਾ, ਦੇਖੋ ਜੀ। ਦੂਸਰੇ 'ਤੇ ਮੈਂ ਕੋਈ ਹੋਰ ਇਫੈਕਟ ਹੈ ਜੋ ਉਹ ਲਗਾਊਂਗਾ, ਦੇਖੋ ਜੀ। ਆਪਣੀ ਐਨੀਮੇਸ਼ਨ ਹੁਣ ਆਪਾਂ ਦੂਸਰੀ ਸਲਾਈਡ 'ਤੇ ਜਾਵਾਂਗੇ। ਇਸ ਤਰ੍ਹਾਂ ਦੂਸਰੀ ਸਾਈਡ 'ਤੇ ਆਪਾਂ ਸਿਲੈਕਟ ਕਰਕੇ ਇੱਥੋਂ ਕੋਈ ਵੀ ਐਨੀਮੇਸ਼ਨ ਆਪਾਂ ਲਗਾ ਦਿਆਂਗੇ। ਮੰਨ ਲਓ ਇਹ ਲਗਾਤੀ ਮੈਂ। ਇਹ ਸੀ ਆਪਣੀ ਐਨੀਮੇਸ਼ਨ ਲਗਾਉਣੀ। ਇਸ ਤੋਂ ਅੱਗੇ ਆਪਣੀ ਪ੍ਰੈਜੈਂਟੇਸ਼ਨ ਨੂੰ ਸੇਵ ਕਰਨਾ। ਸੇਵ ਕਰਨ ਤੋਂ ਭਾਵ ਹੈ ਪ੍ਰੈਜੈਂਟੇਸ਼ਨ ਨੂੰ ਭਵਿੱਖ ਦੀ ਵਰਤੋਂ ਲਈ ਸੁਰੱਖਿਅਤ ਰੱਖਣਾ। ਆਪਾਂ ਜਿਹੜੀ ਪ੍ਰੈਜੈਂਟੇਸ਼ਨ ਹੈ ਉਸ ਨੂੰ ਕਈ ਤਰ੍ਹਾਂ ਨਾਲ ਸੇਵ ਕਰ ਸਕਦੇ ਹਾਂ। ਆਪਾਂ ਫਾਈਲ ਵਿੱਚ ਜਾ ਕੇ ਇਸ ਨੂੰ ਸੇਵ ਕਰਾਂਗੇ ਤਾਂ ਆਪਣੇ ਕੋਲ ਸੇਵ ਹੋ ਜੂ। ਇਸ ਤੋਂ ਇਲਾਵਾ ਆਪਾਂ ਇਸ ਪ੍ਰੈਜੈਂਟੇਸ਼ਨ ਦੀ PDF ਫਾਈਲ ਬਣਾ ਕੇ ਸੇਵ ਕਰਨੀ ਹੈ। ਆਪਾਂ ਲੈ ਕੇ ਜਾਣੀ ਹੈ PDF ਸੇਵ ਐਜ਼, ਲਓ ਜੀ, ਲੋਕੇਸ਼ਨ। ਇਸ ਤੋਂ ਆਪਾਂ ਜੋ ਆਪਾਂ ਟਾਈਪ ਹੈ ਕੋਈ ਹੋਰ ਟਾਈਪ ਦੇ ਵਿੱਚ ਵੀ ਆਪਣੀ ਪ੍ਰੈਜੈਂਟੇਸ਼ਨ ਨੂੰ ਸੇਵ ਕਰ ਸਕਦੇ ਹਾਂ। ਜਿਵੇਂ PDF ਸੇਵ ਕਰਨੀ ਹੈ, ਆ ਦੇਖੋ, PDF ਚੁਣ ਕੇ ਸੇਵ ਕਰਾਂਗੇ, ਆਪਣੀ ਫਾਈਲ ਦੀ PDF ਬਣ ਜਾਊ। ਇਸ ਤੋਂ ਅੱਗੇ ਆਪਾਂ ਮੰਨ ਲਓ ਆਪਾਂ ਆਪਣੀ ਪ੍ਰੈਜੈਂਟੇਸ਼ਨ ਨੂੰ ਵੀਡੀਓ ਦੇ ਰੂਪ ਵਿੱਚ ਸੇਵ ਕਰਨਾ ਹੈ ਤਾਂ ਇਸ ਜਗ੍ਹਾ ਤੋਂ ਆਪਾਂ ਵੀਡੀਓ ਵੀ MPG-4 ਵੀਡੀਓ ਵੀ ਆਪਾਂ ਇਹਨੂੰ ਸੇਵ ਕਰ ਸਕਦੇ ਹਾਂ। ਦੇਖੋ ਇੱਥੋਂ ਪ੍ਰੋਸੈਸ ਚੱਲੂਗਾ, ਆਪਣੀ ਪ੍ਰੈਜੈਂਟੇਸ਼ਨ ਸੇਵ ਹੋ ਰਹੀ ਹੈ, ਦੇਖੋ ਜੀ, ਨੀਚੇ ਬਿਲਕੁਲ ਦੇਖੋ ਆਪਣੀ ਪ੍ਰੈਜੈਂਟੇਸ਼ਨ
ਸੇਵ ਹੋ ਰਹੀ ਹੈ। ਇਹ ਆਪਣੀ ਪ੍ਰੈਜੈਂਟੇਸ਼ਨ ਸੇਵ ਹੋ ਚੁੱਕੀ ਹੈ। ਇਸ ਤੋਂ ਇਲਾਵਾ ਆਪਾਂ ਆਪਣੀ ਪ੍ਰੈਜੈਂਟੇਸ਼ਨ ਨੂੰ ਐਜ਼ ਇਮੇਜ ਫਾਈਲ ਵੀ ਸੇਵ ਕਰ ਸਕਦੇ ਹਾਂ। ਸੇਵ ਐਜ਼, ਦੇਖੋ ਜੀ, ਇਮੇਜ ਫਾਈਲ। ਆ ਜੋ ਸਭ ਲਿਸਟ ਸਾਰੀਆਂ ਲਿਸਟਸ ਆ ਰਹੀਆਂ, ਸਾਰੀਆਂ ਤਰੀਕਿਆਂ ਦੀ ਆਪਾਂ ਸੇਵ ਕਰ ਸਕਦੇ ਹਾਂ। ਆ ਦੇਖੋ JPG ਇਮੇਜ ਫਾਈਲ, ਆਪਾਂ ਇਸ ਨੂੰ ਸੇਵ ਕਰਾਂਗੇ। ਸੇਵ, ਦੇਖੋ ਵਿਚ ਸਲਾਈਡ ਡੂ ਯੂ ਵਾਂਟ ਟੂ ਐਕਸਪੋਰਟ, ਕਿਸ ਸਲਾਈਡ ਨੂੰ ਆਪਾਂ ਐਕਸਪੋਰਟ ਕਰਨਾ ਚਾਹੁੰਦੇ ਹਾਂ, ਸਾਰੀਆਂ ਸਲਾਈਡਸ ਜਾਂ ਜਸਟ ਦਿਸ ਵਨ। ਆਪਾਂ ਆਲ ਸਲਾਈਡਸ ਕਰਾਂਗੇ। ਓਕੇ, ਠੀਕ ਹੈ ਜੀ, ਆਪਣੀ ਪ੍ਰੈਜੈਂਟੇਸ਼ਨ ਸੇਵ ਹੋ ਚੁੱਕੀ ਹੈ। ਇਸ ਤੋਂ ਬਾਅਦ ਆਪਾਂ ਪਾਠ ਦੀ ਦੁਹਰਾਈ ਕਰਾਂਗੇ। ਇਸ ਲਈ ਸਭ ਤੋਂ ਪਹਿਲਾਂ ਯਾਦ ਰੱਖਣਯੋਗ ਗੱਲਾਂ, ਇਹ ਯਾਦ ਰੱਖਣਯੋਗ ਜੋ ਗੱਲਾਂ ਹੈ, ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ ਹੈ। ਦੇਖ ਲਓ, ਚੰਗੀ ਤਰ੍ਹਾਂ ਪੜ੍ਹ ਕੇ ਇਹਨਾਂ ਨੂੰ ਯਾਦ ਕਰਕੇ ਤੁਸੀਂ ਰੱਖਣਾ ਇਹਨਾਂ ਨੂੰ, ਤਾਂ ਕਿ ਭਵਿੱਖ ਵਿੱਚ ਤੁਹਾਡੇ ਕੰਮ ਆ ਸਕਣ। ਉਸ ਤੋਂ ਬਾਅਦ ਬਹੁ ਚੋਣਵੇਂ ਪ੍ਰਸ਼ਨ, ਇਹਨਾਂ ਦੇ ਜੋ ਪ੍ਰਸ਼ਨ ਦਿੱਤੇ ਜਾ ਰਹੇ ਹੈ, ਇਹ ਪ੍ਰਸ਼ਨ ਹੈ, ਇਹਨਾਂ ਦੇ ਉੱਤਰ ਤੁਸੀਂ ਨੀਚੇ ਦੇਖ ਸਕਦੇ ਹੋ। ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਆਪਣੀ ਕਾਪੀ ਵਿੱਚ ਲਿਖਣਾ ਹੈ। ਇਸ ਤੋਂ ਬਾਅਦ ਖਾਲੀ ਥਾਵਾਂ, ਇਹ ਖਾਲੀ ਥਾਵਾਂ ਜੋ ਡਿਸਪਲੇ ਹੋ ਰਹੀਆਂ, ਇਹਨਾਂ ਖਾਲੀ ਥਾਵਾਂ ਦੇ ਉੱਤਰ ਵੀ ਤੁਸੀਂ ਨੀਚੇ ਦੇਖ ਸਕਦੇ ਹੋ। ਇਹਨਾਂ ਉੱਤਰਾਂ ਨੂੰ ਦੇਖ ਕੇ ਖਾਲੀ ਥਾਵਾਂ ਆਪਣੀ ਕਾਪੀ ਵਿੱਚ ਲਿਖਣੀਆਂ। ਇਸ ਤੋਂ ਅੱਗੇ ਸਹੀ ਜਾਂ ਗਲਤ, ਇਹ ਜੋ ਸਹੀ ਜਾਂ ਗਲਤ ਡਿਸਪਲੇ ਹੋ ਰਹੇ ਹੈ, ਇਹਨਾਂ ਦੇ ਉੱਤਰ ਵੀ ਤੁਸੀਂ ਨੀਚੇ ਦੇਖ ਕੇ ਆਪਣੀ ਕਾਪੀ ਦੇ ਵਿੱਚ ਲਿਖ ਸਕਦੇ ਹੋ। ਇਸ ਤੋਂ ਬਾਅਦ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਇਹਨਾਂ ਦੇ ਉੱਤਰ ਵੀ ਮੈਂ ਨਾਲ ਹੀ ਦੇ ਦਿੱਤੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ ਦੇ ਵਿੱਚ ਉਤਾਰ ਸਕਦੇ ਹੋ। ਇਸ ਤੋਂ ਬਾਅਦ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਇਸ ਵੀਡੀਓ ਵਿੱਚੋਂ ਲੱਭ ਕੇ ਲਿਖ ਸਕਦੇ ਹੋ। ਇਸ ਤੋਂ ਬਾਅਦ ਵੱਡੇ ਉੱਤਰਾਂ ਵਾਲੇ ਪ੍ਰਸ਼ਨ, ਇਹਨਾਂ ਪ੍ਰਸ਼ਨਾਂ ਨੂੰ ਵੀ ਤੁਸੀਂ ਇਸ ਵੀਡੀਓ ਵਿੱਚੋਂ ਹੀ ਲੱਭ ਕੇ ਲਿਖ ਸਕਦੇ ਹੋ ਅਤੇ ਆਪਣੀ ਕਾਪੀ ਦੇ ਵਿੱਚ ਉਤਾਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।